ਸਤਿਕਾਰਯੋਗ ਮਾਨਯੋਗ ਗੁਰੂ ਰੂਪ ਭਗਵਾਨ ਵਾਲਮੀਕ ਜੀ ਦੇ ਪਿਆਰਿਓ, ਸ੍ਰੀ ਵਾਲਮੀਕ ਭਗਵਾਨ ਦੇ ਪ੍ਰਗਟ ਦਿਵਸ 'ਤੇ ਵਿਸ਼ੇਸ਼ ਲੇਖ। ਅੱਜ ਦਿਨ ਐਤਵਾਰ 17 ਅਕਤੂਬਰ 2021, ਤੀਜੀ ਕਿਸ਼ਤ। ਇਸ ਤੀਜੀ ਕਿਸ਼ਤ ਵਿੱਚ ਸੀਤਾ ਦਾ ਬਨਵਾਸ, ਲਵ ਕੁਸ਼ ਦਾ ਜਨਮ, ਰਾਮ ਅਤੇ ਲਵ ਕੁਸ਼ ਯੁੱਧ ਦਾ ਕੁਝ ਕੁ ਅੰਸ਼ ਪੇਸ਼ ਕੀਤਾ ਜਾਵੇਗਾ, ਸੋ ਸਰਵਣ ਕਰੋ। ਰਾਮ, ਸੀਤਾ, ਲਛਮਣ ਦੂਜੇ ਵਾਲਮੀਕ ਜੀ ਦੇ ਕੋਲ ਚਿੱਤਰਕੂਟ ਪਰਬਤ 'ਤੇ ਲੱਕੜੀ ਦੀ ਕੁਟੀਆ ਬਣਾ ਕੇ ਰਹਿਣ ਲੱਗੇ। ਇੱਥੋਂ ਹੀ ਭਰਤ ਰਾਮ ਨੂੰ ਮੋੜਨ ਆਇਆ ਸੀ, ਪਰ ਰਾਮ ਦੇ ਸਮਝਾਉਣ 'ਤੇ ਵਾਪਸ ਅਯੁੱਧਿਆ ਜਾ ਕੇ ਰਾਜ ਕਰਨ ਲੱਗਾ। ਰਾਮ ਇੱਥੋਂ ਅੱਗੇ ਚੱਲ ਪਿਆ। ਰਿਖੀਆਂ ਮੁਨੀਆਂ ਦੇ ਦਰਸ਼ਨ ਕਰਦਿਆਂ ਕਰਾਉਂਦਿਆਂ ਸ਼ੂਪਨਖਾਂ ਦੇ ਕਾਰਨ ਰਾਖਸ਼ਾਂ ਨਾਲ ਵੈਰ ਪੈ ਗਿਆ। ਇਸੇ ਵੈਰ ਕਰਕੇ ਰਾਵਣ ਨੇ ਸੀਤਾ ਦਾ ਹਰਨ ਕਰ ਲਿਆ। ਉਪਰੰਤ ਰਾਮ ਨੇ ਰਾਵਣ ਨੂੰ ਮਾਰਿਆ ਤੇ ਅਗਨੀ ਪ੍ਰੀਖਿਆ ਲੈ ਕੇ ਸੀਤਾ ਨੂੰ ਪ੍ਰਵਾਨ ਕਰ ਲਿਆ। ਤਦ ਤੱਕ ਬਨਵਾਸ ਦੇ 14 ਸਾਲ ਪੂਰੇ ਹੋ ਗਏ ਤੇ ਅਯੁੱਧਿਆ ਪਹੁੰਚ ਕੇ ਰਾਮ ਭਰਾਵਾਂ ਸਮੇਤ ਰਾਜ ਕਰਨ ਲੱਗਾ। ਕੁਝ ਕੁ ਸਮਾਂ ਰਾਜ ਕਰਦਿਆਂ ਬੀਤਿਆ ਤਾਂ ਪ੍ਰਜਾ ਲੋਕਾਂ ਦੀ ਚਰਚਾ ਕਿ ਰਾਖਸ਼ ਦੇ ਘਰ ਰਹਿ ਕੇ ਆਈ ਸੀਤਾ ਨੂੰ ਰਾਮ ਨੇ ਘਰ ਰੱਖਿਆ ਤੋਂ ਪ੍ਰਭਾਵਿਤ ਹੋ ਕੇ ਰਾਮ ਨੇ ਸਗਰਭਾ ਸੀਤਾ ਦਾ ਤਿਆਗ ਕਰ ਦਿੱਤਾ। ਗੰਗਾ ਪਾਰ ਤਮਸਾ ਨਦੀ ਕੰਢੇ ਸੀਤਾ ਨੂੰ ਰੱਥ ਤੋਂ ਉਤਾਰਦਿਆਂ ਲਛਮਣ ਨੇ ਕਿਹਾ, ਇੱਥੋਂ ਥੋੜ੍ਹੀ ਦੂਰ ਹੈ ਸਾਡੇ ਪਿਤਾ ਦਸ਼ਰਥ ਦੇ ਮਿੱਤਰ ਵਾਲਮੀਕ ਜੀ ਦਾ ਆਸ਼ਰਮ ਹੈ, ਉਸ ਕੋਲ ਚਲੇ ਜਾਣਾ। ਲੋਕਾਂ ਦੀ ਚਰਚਾ ਸੁਣ ਕੇ ਰਾਮ ਨੇ ਤੇਰਾ ਤਿਆਗ ਕਰ ਦਿੱਤਾ ਹੈ। ਤਿਆਗ ਕਰ ਦਿੱਤਾ ਸੁਣ ਕੇ ਸੀਤਾ ਉੱਚੀ ਉੱਚੀ ਰੋਣ ਲੱਗੀ। ਰੋਂਦੀ ਨੂੰ ਛੱਡ ਕੇ ਲਛਮਣ ਵਾਪਸ ਆ ਗਿਆ। ਸ਼ਰਧਾਲੂਓ ਅਤੇ ਵਿਰੋਧੀਓ, ਇੱਥੇ ਕੁਝ ਇੱਕ ਧਿਆਨਯੋਗ ਗੱਲਾਂ 'ਤੇ ਧਿਆਨ ਦਿਓ। ਸ਼ਰਧਾਲੂਆਂ ਨੂੰ ਇਸ ਕਰਕੇ ਸੰਬੋਧਨ ਕੀਤਾ ਗਿਆ ਹੈ ਕਿ ਉਹ ਸਮਝਾਉਣ ਜੋਗੇ ਹੋ ਜਾਣ ਅਤੇ ਵਿਰੋਧੀਆਂ ਨੂੰ ਇਸ ਕਰਕੇ ਸੰਬੋਧਨ ਕੀਤਾ ਗਿਆ ਹੈ ਕਿ ਉਹ ਸਮਝਣ ਦੀ ਕੋਸ਼ਿਸ਼ ਕਰਨ। ਸੋ ਸੀਤਾ ਲਛਮਣ ਦੀ ਭਰਜਾਈ ਵੀ ਸੀ ਅਤੇ ਲਛਮਣ ਦੀ ਸਾਲੀ ਵੀ ਸੀ। ਜੇ ਵਾਲਮੀਕ ਜੀ ਚੋਰ ਡਾਕੂ ਹੁੰਦੇ ਤਾਂ ਲਛਮਣ ਸੀਤਾ ਨੂੰ ਉਸ ਕੋਲ ਕਦੇ ਵੀ ਛੱਡ ਕੇ ਨਾ ਆਉਂਦਾ। ਦੂਜੀ ਗੱਲ, ਸ੍ਰੀ ਵਾਲਮੀਕੀ ਰਮਾਇਣ ਦੇ ਉੱਤਰਕਾਂਡ ਸਰਗ 56 ਨੂੰ ਪੜ੍ਹ ਕੇ ਦੇਖੋ। ਲਛਮਣ ਖੁਦ ਕਹਿ ਰਿਹਾ ਹੈ ਕਿ ਸਾਡੇ ਪਿਤਾ ਦਸ਼ਰਥ ਦੇ ਮਿੱਤਰ ਵਾਲਮੀਕ ਜੀ ਦਾ ਆਸ਼ਰਮ ਹੈ, ਉਸ ਕੋਲ ਚਲੇ ਜਾਣਾ। ਇੱਥੇ ਸੋਚਣ ਵਾਲੀ ਇਹ ਗੱਲ ਹੈ ਕਿ ਜੇ ਵਾਲਮੀਕ ਜੀ ਚੋਰ ਡਾਕੂ ਹੁੰਦਾ ਤਾਂ ਦਸ਼ਰਥ ਇਸ ਨੂੰ ਕਦੇ ਵੀ ਮਿੱਤਰ ਨਾ ਬਣਾਉਂਦੇ, ਕਿਉਂਕਿ ਉਸ ਯੁੱਗ ਵਿੱਚ ਅੱਜ ਦੇ ਯੁੱਗ ਵਾਂਗ ਵੋਟਾਂ ਦਾ ਰਾਜ ਨਹੀਂ ਸੀ। ਪਿਤਾ ਪੁਰਖੀ ਜੱਦੀ ਰਾਜ ਹੁੰਦਾ ਸੀ। ਸੀਤਾ ਦੀ ਦਰਦਮਈ ਆਵਾਜ਼ ਸੁਣ ਕੇ ਵਾਲਮੀਕ ਜੀ ਉੱਥੇ ਪਹੁੰਚੇ। ਮਿੱਤਰ ਦੀ ਨੂੰਹ ਹੋਣ ਕਰਕੇ ਵਾਲਮੀਕ ਜੀ ਨੇ ਪਛਾਣ ਕੇ ਕਿਹਾ, ਸੀਤਾ ਮੈਂ ਤੇਰੇ ਆਉਣ ਦਾ ਕਾਰਨ ਜਾਣਦਾ ਹਾਂ। ਸੀਤਾ ਮੈਂ ਤੇਰੇ ਆਉਣ ਦਾ ਕਾਰਨ ਜਾਣਦਾ ਹਾਂ, ਇਹ ਵੀ ਮਿੱਤਰ ਹੋਣ ਦਾ ਸਬੂਤ ਹੈ, ਕਿਉਂਕਿ ਮਿੱਤਰ ਦੇ ਘਰੇਲੂ ਕਾਰਨਾਂ ਨੂੰ ਜਾਣਦਾ ਹੁੰਦਾ ਹੈ। ਇਸ ਕਰਕੇ ਕਿਹਾ ਕਿ ਸੀਤਾ ਮੈਂ ਤੇਰੇ ਆਉਣ ਦਾ ਕਾਰਨ ਜਾਣਦਾ ਹਾਂ, ਤੂੰ ਮੇਰੇ ਆਸ਼ਰਮ ਵਿੱਚ ਚੱਲ ਕੇ ਰਹਿਣ ਵਸੇਰਾ ਕਰ। ਦਸ਼ਰਥ ਦੇ ਘਰ ਵਰਗੀਆਂ ਸਹੂਲਤਾਂ ਇੱਥੇ ਵੀ ਹਨ। ਦਸ਼ਰਥ ਦੇ ਘਰ ਵਰਗੀਆਂ ਸਹੂਲਤਾਂ ਇੱਥੇ ਵੀ ਹਨ। ਵਾਲਮੀਕ ਜੀ ਦਾ ਇਹ ਕਿਹਾ ਸ਼ਬਦ ਵੀ ਮਿੱਤਰਤਾਈ ਹੋਣ ਦਾ ਸਬੂਤ ਸਿੱਧ ਕਰਦਾ ਹੈ, ਕਿਉਂਕਿ ਮਿੱਤਰਤਾਈ ਬਰਾਬਰਦਿਆਂ ਦੇ ਨਾਲ ਹੀ ਨਿਭ ਸਕਦੀ ਹੈ। ਤਦ ਵਾਲਮੀਕ ਜੀ ਨੇ ਕਿਹਾ ਕਿ ਦਸ਼ਰਥ ਦੇ ਘਰ ਵਰਗੀਆਂ ਸਹੂਲਤਾਂ ਇੱਥੇ ਵੀ ਹਨ। ਆਸ਼ਰਮ ਵਿੱਚ ਰਿਖੜੀਆਂ ਤੇਰੀ ਸੇਵਾ ਕਰਨਗੀਆਂ। ਸੀਤਾ ਨੇ ਵਾਲਮੀਕ ਜੀ ਨੂੰ ਪ੍ਰਣਾਮ ਕੀਤਾ
ਤੇ ਆ ਕੇ ਆਸ਼ਰਮ ਵਿੱਚ ਰਹਿਣ ਲੱਗੀ। ਇੱਥੇ ਹੀ ਲਵ ਕੁਸ਼ ਦਾ ਜਨਮ ਹੋਇਆ। ਸ੍ਰੀ ਵਾਲਮੀਕੀ ਰਾਮਾਇਣ ਵਿੱਚੋਂ ਧੰਨਵਾਦ ਸਹਿਤ ਇਹ ਪ੍ਰਸੰਗ ਪ੍ਰਾਪਤ ਕੀਤਾ ਗਿਆ। ਇਸ ਪ੍ਰਸੰਗ ਨੂੰ ਅੱਗੇ ਤੋਰਨ ਲਈ, ਲੜੀ ਜੋੜਨ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਦਸਮ ਗ੍ਰੰਥ ਵਿੱਚੋਂ 724ਵਾਂ ਸ਼ਲੋਕ, ਦਸਮ ਗ੍ਰੰਥ ਵਿੱਚੋਂ 24 ਅਵਤਾਰਾਂ ਦੇ, ਰਾਮ ਅਵਤਾਰ ਦੇ, ਸੀਤਾ ਬਨਵਾਸ ਦੇ 724ਵਾਂ ਸ਼ਲੋਕ ਕਹਿ ਰਿਹਾ ਹੈ ਕਿ ਮੁਨੀ ਬਾਲਮੀਕੰ ਸਰਤੰ ਦੀਨ ਬਾਨੀ, ਚਲਿਓ ਚੌਂਕ ਚਿੱਤੰ ਤਜੀ ਮੋਨ ਧਾਨੀ, ਸੀਆ ਸੰਗ ਲੀਨੇ ਗਇਓ ਰਾਂ ਧਾਮ ਆਪੰ, ਮਨੋ ਬਚ ਕਰਮੰ ਦੁਰਗਾ ਜਾਪ ਜਾਪੰ। ਇਹ ਸ਼ਲੋਕ ਕਹਿੰਦਾ ਹੈ ਕਿ ਜਦੋਂ ਦਰਦਮਈ ਆਵਾਜ਼ ਸੀਤਾ ਦੇ ਰੋਣ ਦੀ ਸੁਣੀ ਤਾਂ ਵਾਲਮੀਕ ਜੀ ਉੱਠ ਕੇ ਉੱਧਰ ਗਏ। ਪਛਾਣ ਕੇ ਸੀਤਾ ਨੂੰ ਆਪਣੇ ਧਾਮ ਘਰ ਭਾਵ ਆਸ਼ਰਮ ਵਿੱਚ ਲੈ ਆਂਦਾ। ਲਿਆ ਕੇ ਮਨ ਵਿੱਚ ਕਰਮ ਕਰਕੇ ਦੁਰਗਾ ਜਾਪ ਜਾਪੰ, ਦੁਰਗਾ ਤੋਂ ਭਾਵ ਇੱਥੇ ਦੇਵੀ ਮਾਤਾ ਦੁਰਗਾ ਨਹੀਂ ਹੈ। ਦੁਰਗਾ ਤੋਂ ਭਾਵ ਹੈ ਕਿ ਮਿੱਤਰ ਦੀ ਨੂੰਹ ਘਰ ਵਿੱਚ ਆਈ ਹੈ ਅਤੇ ਆਪਣੀ ਨੂੰਹ ਦੇ ਵਾਂਗ ਹੀ ਉਸ ਨੂੰ ਸਾਂਭਣਾ ਹੈ। ਇਸ ਕਰਕੇ ਮਾਨ ਬਾਚ ਅਤੇ ਕਰਮ ਕਰਕੇ ਉਸ ਦਾ ਸਗਰਭਾ ਹੋਣ ਕਰਕੇ ਜੜੀ ਬੂਟੀ ਦਵਾਈ ਆਦਿ ਦਾ ਧਿਆਨ ਰੱਖਣਾ ਜ਼ਰੂਰੀ ਸੀ। ਸੋ ਵਾਲਮੀਕ ਜੀ ਅਜਿਹਾ ਕਰਨ ਲੱਗੇ। ਹੁਣ ਦਸਮ ਗ੍ਰੰਥ ਦੇ ਕਥਨ ਅਨੁਸਾਰ ਇੱਕ ਪੁੱਤਰ ਨੂੰ ਜਨਮ ਦਿੱਤਾ ਸੀਤਾ ਨੇ। ਕੀ ਕਿਹਾ ਹੈ? 725ਵਾਂ ਸ਼ਲੋਕ ਕਹਿ ਰਿਹਾ ਹੈ, ਭੈਓ ਏਕ ਪੁੱਤਰੰ ਤਾਹਾਂ ਜਾਨ ਕੀਤੈ, ਮਨੋ ਰਾਮ ਕੀਨੋ ਦੂਤੀ ਰਾਮ ਤੀਲੈ, ਵਹਿ ਚਾਰ ਚਿਹਨੰ ਵਹਿ ਊਗਰ ਤੇਜੰ, ਮਨੋ ਅਪ ਅੰਸੰ ਦੁੱਤੀ ਕਾਢ ਭੇਜੰ। ਕਿ ਜਾਨਕੀ ਨੇ ਇੱਥੇ ਇੱਕ ਪੁੱਤਰ ਨੂੰ ਜਨਮ ਦਿੱਤਾ ਅਤੇ ਇੱਕ ਦਿਨ ਅਜਿਹੀ ਘਟਨਾ ਘਟੀ ਕਿ ਸੀਤਾ ਵਾਲਮੀਕ ਜੀ ਜਦੋਂ ਸੰਧਿਆ ਕਰ ਰਹੇ ਸੀ, ਬੱਚੇ ਨੂੰ ਉਸ ਦੇ ਕੋਲ ਪੰਘੂੜੇ ਵਿੱਚ ਪਾ ਕੇ ਨਹਾਉਣ ਚਲੀ ਗਈ ਅਤੇ ਮਨ ਵਿੱਚ ਪਤਾ ਨਹੀਂ ਕੀ ਆਇਆ। ਵਾਪਸ ਆ ਕੇ ਬੱਚੇ ਨੂੰ ਵਾਲਮੀਕ ਜੀ ਜਦੋਂ ਸਿਮਰਨ ਦੇ ਵਿੱਚ ਮਗਨ ਸਨ, ਬਿਨਾਂ ਦੱਸੇ ਚੱਕ ਕੇ ਲੈ ਗਈ। ਤਾਂ ਆਖਿਆ ਹੈ ਕਿ 726ਵਾਂ ਸ਼ਲੋਕ ਕਹਿ ਰਿਹਾ ਹੈ ਕਿ ਦਿਓ ਏਕ ਪਾਲੰ ਸੁਬਾਲੰ ਰੱਖੀ ਸੰ, ਲੱਗੇ ਚੰਦਰ ਰੂਪੰ ਕਿਦੋ ਦਿਓਸ ਈਸੰ, ਗਇਓ ਏਕ ਦਿਵਸੰ ਰਿਖੀ ਸੰਧਿਆਨੰ, ਲਇਓ ਬਾਲ ਸੰਗੰ ਗਈ ਸੀਆ ਨਾਨੰ। ਕਿ ਭਗਵਾਨ ਵਾਲਮੀਕ ਜੀ ਨੇ ਇੱਕ ਪੰਘੂੜਾ ਜੋ ਇਸ ਲਵ ਦੇ ਸਾਂਭ ਸੰਭਾਲ ਲਈ ਦਿੱਤਾ ਸੀ, ਉਸ ਪੰਘੂੜੇ ਦੇ ਵਿੱਚ ਲਵ ਨੂੰ ਪਾ ਕੇ ਸੀਤਾ ਨਹਾਉਣ ਗਈ ਅਤੇ ਵਾਪਸ ਆ ਕੇ ਫਿਰ ਬੱਚੇ ਨੂੰ ਚੁੱਕ ਕੇ ਲੈ ਗਈ। ਤਾਂ 727ਵਾਂ ਸ਼ਲੋਕ ਕਹਿ ਰਿਹਾ ਹੈ ਕਿ ਰਹੀ ਜਾਤ ਸੀਤਾ ਮਹਾ ਮੁਨ ਜਾਗੇ, ਬਿਨਾ ਬਾਲ ਪਾਲੰ ਲਖਿਓ ਸ਼ੋਕ ਪਾਗੇ, ਕੁਸ਼ਾ ਹੱਥ ਲੈ ਕੇ ਰਚਿਓ ਏਕ ਬਾਲੰ, ਤਿਸੀ ਰੂਪ ਰੰਗੰ ਅਨੂਪੰ ਉਤਾਲੰ। ਕਿ ਜਦੋਂ ਸੀਤਾ ਬੱਚੇ ਨੂੰ ਚੁੱਕ ਕੇ ਲੈ ਗਈ, ਵਾਲਮੀਕ ਜੀ ਦਾ ਧਿਆਨ ਜਦੋਂ ਪੰਘੂੜੇ 'ਤੇ ਪਿਆ ਅਤੇ ਪੰਘੂੜਾ ਖਾਲੀ ਦੇਖਿਆ ਅਤੇ ਬਿਨਾ ਬਾਲ ਪਾਲੰ ਲਖਿਓ ਸ਼ੋਕ ਪਾਗੇ, ਪਾਲੰ ਤੋਂ ਭਾਵ ਪੰਘੂੜਾ, ਜਦੋਂ ਦੇਖਿਆ ਪੰਘੂੜੇ ਵਿੱਚ ਬਾਲ ਨਹੀਂ ਹੈ ਅਤੇ ਸ਼ੋਕ ਭਾਵ ਦੁੱਖ ਲੱਗਾ ਅਤੇ ਫਿਰ ਕੁਸ਼ਾ ਹੱਥ ਵਿੱਚ ਲੈ ਕੇ ਅਤੇ
ਬੱਚੇ ਦਾ ਆਕਾਰ ਬਣਾ ਕੇ ਉਸ ਭਗੂੜੇ ਵਿੱਚ ਰੱਖ ਦਿੱਤਾ ਤੇ ਕੁਦਰਤ ਦਾ ਖੇਡ ਐਸਾ ਹੋਇਆ ਕਿ ਬੱਚੇ ਵਿੱਚ ਜਾਨ ਪਈ ਤੇ ਉਹ ਪਿਆ ਪਿਆ ਖੇਡਣ ਮੱਲਣ ਲੱਗਾ। ਕਈਆਂ ਦਾ ਵਿਚਾਰ ਹੈ ਕਿ ਜੇ ਵਾਲਮੀਕ ਜੀ ਇਤਨੀ ਸ਼ਕਤੀ ਕਲਾ ਦੇ ਮਾਲਕ ਸੀ ਤਾਂ ਇਹ ਕਿਉਂ ਨਹੀਂ ਸਮਝ ਸਕੇ ਕਿ ਸੀਤਾ ਆਪਣੇ ਪੁੱਤਰ ਨੂੰ ਚੱਕ ਕੇ ਲੈ ਗਈ ਹੈ। ਤਾਂ ਇਸ ਦਾ ਉੱਤਰ ਇਹ ਹੈ ਕਿ ਕੁਦਰਤ ਨੇ ਜੋ ਮਹਾਂਪੁਰਸ਼ਾਂ ਤੋਂ ਕਰਾਉਣਾ ਹੁੰਦਾ ਹੈ ਸੋ ਕਰਾ ਲੈਂਦੀ ਹੈ। ਇਸੇ ਤਰ੍ਹਾਂ ਨਾਮਦੇਵ ਜੀ ਸਮਾਧੀ ਲਾ ਕੇ ਭਜਨ ਬੰਦਗੀ ਦੇ ਵਿੱਚ ਮਗਨ ਸਨ ਤੇ ਇੱਕ ਜੋ ਸਤੀ ਔਰਤ ਆਪਣੇ ਪਤੀ ਨਾਲ ਸਤੀ ਹੋਣ ਜਾ ਰਹੀ ਸੀ, ਉਸ ਨੂੰ ਪਤਾ ਲੱਗਾ ਕਿ ਇਸ ਜੰਗਲ ਦੇ ਵਿੱਚ ਨਾਮਦੇਵ ਜੀ ਹੈ। ਉਸ ਨੇ ਆਖਿਆ ਕਿ ਮੈਂ ਜਾਂਦੀ ਜਾਂਦੀ ਸੰਤਾਂ ਦੇ ਦਰਸ਼ਨ ਕਰ ਲਾਂ। ਤੇ ਜਦੋਂ ਨਾਮਦੇਵ ਨੂੰ ਸਾਰਿਆਂ ਨੇ ਦੇਖਿਆ ਕਿ ਉਹ ਸਮਾਧੀ ਲਾ ਕੇ ਬੈਠਾ ਹੈ ਤੇ ਜਾ ਕੇ ਉਸਨੇ ਨਾਮਦੇਵ ਨੂੰ ਮੱਥਾ ਟੇਕਿਆ। ਜਦੋਂ ਔਰਤ ਸਤੀ ਹੁੰਦੀ ਹੈ ਤੇ ਉਸ ਦੇ ਹਾਰ ਸ਼ਿੰਗਾਰ ਹੂ ਬਹੂ ਵਿਆਹ ਵਾਲਾ ਕੀਤਾ ਹੁੰਦਾ ਹੈ। ਇਸ ਚਿਹਰੇ ਮੋਹਰੇ ਨੂੰ ਦੇਖਦਿਆਂ ਨਾਮਦੇਵ ਜੀ ਨੇ ਸੁਭਾਵਕ ਹੀ ਕਹਿ ਦਿੱਤਾ ਕਿ ਸੁਹਾਗਵੰਤੀ ਰਾਜੀ ਰਹੋ। ਹੁਣ ਇਸ ਔਰਤ ਨੇ ਇਸ ਲਫ਼ਜ਼ ਨੂੰ ਫੜ ਲਿਆ ਕਿ ਸੰਤ ਜੀ ਜਾਂ ਇਹ ਬਚਨ ਪੂਰਾ ਕਰੋ ਤੇ ਜਾਂ ਮੇਰੇ ਪਤੀ ਨੂੰ ਜਿੰਦਾ ਕਰੋ ਜਾਂ ਬਚਨ ਵਾਪਸ ਲਵੋ। ਹੁਣ ਕੁਦਰਤ ਨੇ ਆਖਿਆ ਕਿ ਨਾਮਦੇਵ ਤੂੰ ਕਿਉਂ ਘਬਰਾਉਣਾ, ਜਾ ਕੇ ਕੰਨੋਂ ਫੜ ਤੇ ਉਸ ਨੂੰ ਠਾਲ ਦੇ। ਸੋ ਨਾਮਦੇਵ ਜੀ ਨੇ ਅਜਿਹਾ ਹੀ ਕੀਤਾ। ਉਸ ਸਤੀ ਔਰਤ ਨੂੰ, ਪਤੀ ਜਿਸ ਦਾ ਮਰਿਆ ਹੋਇਆ ਸੀ, ਉਸ ਨੂੰ ਸੁਹਾਗਵੰਤੀ ਕਰ ਦਿੱਤਾ। ਸੋ ਇਹ ਕੁਦਰਤ ਦੇ ਭਾਣੇ ਨੂੰ ਕੁਦਰਤ ਜਾਣਦੀ ਹੈ। ਜਦੋਂ ਕੋਈ ਭਾਣਾ ਕੁਦਰਤ ਨੇ ਸੰਤਾਂ ਕੋਲੋਂ ਵਰਤਾਉਣਾ ਹੁੰਦਾ ਹੈ ਤੇ ਯਕਦਮ ਉਹਦੇ ਮਨ 'ਤੇ ਇੰਨਾ ਬੋਝ ਪਾ ਦਿੱਤਾ ਜਾਂਦਾ ਹੈ ਕਿ ਉਸ ਨੂੰ ਸੋਚਣ ਸਮਝਣ ਤੇ ਵਿਚਾਰਨ ਦਾ ਕੁਦਰਤ ਮੌਕਾ ਹੀ ਨਹੀਂ ਦਿੰਦੀ। ਇੱਥੇ ਵੀ ਅਜਿਹਾ ਹੀ ਹੋਇਆ। ਸੋ ਇਸ ਤੋਂ ਅੱਗੇ ਜਦੋਂ ਬਾਲਕ ਖੇਡਣ ਲੱਗਾ ਤੇ ਸੀਤਾ ਵਾਪਸ ਆਈ ਤੇ ਵਾਪਸ ਆ ਕੇ ਉਸ ਨੇ ਦੇਖਿਆ ਕਿ ਇੱਕ ਬੱਚਾ ਹੋਰ ਪਿਆ ਹੈ। ਤਾਂ ਸੀਤਾ ਨੇ ਕੀ ਕਿਹਾ ਹੈ 728ਵੇਂ ਸ਼ਲੋਕ ਵਿੱਚ, ਫਿਰੀ ਨਹਾਏ ਸੀਤਾ ਕਾਹਾ ਆਨ ਦੇਖਿਓ, ਉਹੀ ਰੂਪ ਬਾਲੰ ਸੁਪਾਲੰ ਬਸੇਖਿਓ, ਕਿਰਪਾ ਮੋਨ ਰਾਜੰ ਘਨੀ ਜਾਨ ਕੀਨੋ, ਦੁੱਤੀ ਪੁੱਤਰ ਤਾਂਤੇ ਕਿਰਪਾ ਜਾਨ ਦੀਨੋ। ਜਦੋਂ ਸੀਤਾ ਨੇ ਦੇਖਿਆ ਕਿ ਭਗੂੜੇ ਦੇ ਵਿੱਚ ਬਾਲਕ ਪਿਆ ਹੈ ਤਾਂ ਉਸ ਨੇ ਕਿਹਾ ਵਾਲਮੀਕ ਜੀ ਨੂੰ ਕਿ ਇਹ ਬਾਲਕ ਕਿਸ ਦਾ ਹੈ। ਵਾਲਮੀਕ ਜੀ ਨੇ ਆਖਿਆ ਕਿ ਇਹ ਬਾਲਕ ਵੀ ਤੇਰਾ ਹੈ। ਤੇ ਕੀ ਕਿਹਾ ਹੈ, ਕਿਰਪਾ ਮੋਨ ਰਾਜੰ, ਭਵ ਮੁਨੀਆਂ ਦੇ ਰਾਜੇ ਵਾਲਮੀਕ ਨੇ ਮੇਰੇ 'ਤੇ ਕਿਰਪਾ ਕੀਤੀ ਤੇ ਦੂਜਾ ਪੁੱਤਰ ਮੈਨੂੰ ਦੇ ਦਿੱਤਾ ਤਾਂ ਕਿ ਇਹ ਇਕੱਲਾ ਪੁੱਤਰ ਹੋਣ ਕਰਕੇ ਡੋਲ ਸਕਦਾ ਸੀਗਾ ਤੇ ਹੁਣ ਇਹ ਦੋਵੇਂ ਸਲਾਹ ਨਾਲ ਰਿਹਾ ਕਰਨਗੇ। ਇਸ ਤਰ੍ਹਾਂ ਲਵ ਤੇ ਕੁਸ਼ ਦਾ ਜੋੜਾ ਬਣ ਗਿਆ। ਤੇ ਜਦੋਂ ਇਹ ਯੋਗ ਉਮਰ ਵਿੱਚ ਹੋਏ ਤਾਂ ਵਾਲਮੀਕ ਜੀ ਨੇ ਇਹਨਾਂ ਨੂੰ ਸ਼ਸਤਰ ਵਿੱਦਿਆ, ਸੰਗੀਤ ਵਿੱਦਿਆ, ਅੱਖਰੀ ਵਿੱਦਿਆ ਸਿਖਾ ਲਈ। ਜਦੋਂ ਸਮੇਂ ਅਨੁਸਾਰ ਰਾਮ ਨੇ ਅਸਮੇਧ ਜੱਗ ਦਾ ਘੋੜਾ ਛੱਡਿਆ ਤੇ ਘੋੜੇ ਨੇ ਆ ਕੇ ਆਸ਼ਰਮ ਦੀ ਸਾਰੀ ਬਗੀਚੀ ਉਜਾੜ ਦਿੱਤੀ। ਇਸ ਦੋਸ਼ ਵਿੱਚ ਲਵ ਕੁਸ਼ ਨੇ ਘੋੜਾ ਫੜ ਲਿਆ। ਸੈਨਾਪਤੀ ਨੇ ਲਵ ਕੁਸ਼ ਨੂੰ ਘੋੜਾ ਛੱਡਣ ਲਈ ਕਿਹਾ ਪਰ ਉਹ ਨਾ ਮੰਨੇ। ਫਿਰ ਯੁੱਧ ਹੋਇਆ। ਇੱਕ ਪਾਸੇ ਇਹ ਦੋਵੇਂ ਬਾਲਕ ਹਨ ਅਤੇ ਦੂਜੇ ਪਾਸੇ ਰਾਮ ਲਛਮਣ ਦਸ਼ਰਥ, ਰਾਮ ਲਛਮਣ ਭਰਤ ਸ਼ਤਰਘਨ ਸੁਗਰੀਵ ਭੀਖਣ ਅੰਗਦ ਜਾਮਾਵੰਤ ਹਨੂਮਾਨ ਆਦਿ ਸਾਰੇ ਹਨ। ਮੁਕਾਬਲਾ ਹੋਇਆ ਤਾਂ 819ਵਾਂ ਸ਼ਲੋਕ ਇਸ ਮੁਕਾਬਲੇ ਦਾ ਦੱਸ ਰਿਹਾ ਹੈ ਕਿ ਮੂਰਛਿਤ ਭੈ ਸਭ ਲੈ ਉਠਾਈ, ਬਾਜ ਸਹਿਤ ਤਹ ਗੈ ਜੈ ਮਾਈ, ਦੇਖ ਸਿਆ ਪਤ ਮੁਖ ਰੋ ਦੀਨਾ,
ਕਹਿਓ ਪੂਤ ਵਿਧਵਾ ਮੋਹਿ ਕੀਨਾ। ਲਵ ਕੁਸ਼ ਨੇ ਰਾਮ ਸਮੇਤ ਸਾਰੀ ਸੈਨਾ ਤੇ ਸਾਰੇ ਯੋਧੇ ਮੂਰਛਿਤ ਕਰ ਦਿੱਤੇ। ਘੋੜਾ ਤੇ ਮੁਕਟ ਲਾ ਕੇ ਸੀਤਾ ਦੇ ਕੋਲ ਗਏ। ਸੀਤਾ ਨੇ ਆਪਣੇ ਪਤੀ ਰਾਮ ਦਾ ਮੁਕਟ ਪਛਾਣਦਿਆਂ ਰੋਣ ਕਰਲਾਉਣ ਸ਼ੁਰੂ ਕਰ ਦਿੱਤਾ ਕਿ ਮੇਰੇ ਪੁੱਤਰਾਂ ਨੇ ਮੈਨੂੰ ਵਿਧਵਾ ਕਰ ਦਿੱਤਾ ਹੈ। ਰੋਣ ਕਰਲਾਉਣ ਤੋਂ ਪ੍ਰਭਾਵਿਤ ਹੋ ਕੇ ਵਾਲਮੀਕ ਜੀ ਨੇ ਮਿਹਰ ਕੀਤੀ, ਅੰਮ੍ਰਿਤ ਤਿਆਰ ਕੀਤਾ ਤੇ ਅੰਮ੍ਰਿਤ ਦੇ ਨਾਲ ਸਭ ਨੂੰ ਸਰਜੀਤ ਕਰ ਦਿੱਤਾ। ਬਾਕੀ ਅੰਮ੍ਰਿਤ ਨੂੰ ਸੰਭਾਲ ਕੇ ਉਸ ਸਥਾਨ 'ਤੇ ਰੱਖ ਦਿੱਤਾ ਜਿਸ ਸਥਾਨ 'ਤੇ ਅੱਜ ਕੱਲ੍ਹ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਰੋਵਰ ਕੰਢੇ ਦੁੱਖ ਭੰਜਨੀ ਬੇਰੀ ਹੈ। ਇਹ ਦੁੱਖ ਭੰਜਨੀ ਬੇਰੀ ਸ੍ਰੀ ਦਰਬਾਰ ਸਾਹਿਬ ਦੀ ਉੱਤਰ ਦਿਸ਼ਾ ਲੰਗਰ ਹਾਲ ਵੱਲ ਹੈ। ਜਦੋਂ ਰਾਮ ਨੂੰ ਪਤਾ ਲੱਗਾ ਕਿ ਇਹ ਸੀਤਾ ਦੇ ਪੁੱਤਰ ਹੈ ਜੋ ਮੈਂ ਸਗਰਭਾ ਸੀਤਾ ਦਾ ਤਿਆਗ ਕਰ ਦਿੱਤਾ ਸੀ ਅਤੇ ਇਸ ਦਾ ਹੀ ਫਲ ਮੈਨੂੰ ਮਿਲਿਆ ਹੈ ਕਿ ਇਹਨਾਂ ਹੀ ਬੱਚਿਆਂ ਨੇ ਮੈਨੂੰ ਮੂਰਛਿਤ ਕੀਤਾ। ਇਸ ਕਰਕੇ ਵਾਲਮੀਕ ਜੀ ਦੇ ਕਹਿਣ 'ਤੇ ਸੀਤਾ ਸਮੇਤ ਪੁੱਤਰਾਂ ਨੂੰ ਪ੍ਰਵਾਨ ਕਰਦਿਆਂ ਇਹਨਾਂ ਨੂੰ ਘੋੜੇ ਸਮੇਤ ਅਯੁੱਧਿਆਪੁਰੀ ਲੈ ਆਂਦਾ ਅਤੇ ਅਸਮੇਤ ਜੱਗ ਸੰਪੂਰਨ ਹੋ ਗਿਆ। ਸਮਾਂ ਆਪਣੀ ਚਾਲੇ ਚੱਲਦਾ ਗਿਆ। ਜਦੋਂ ਸੀਤਾ ਦਾ ਅੰਤ ਸਮਾਂ ਆਇਆ ਤਾਂ ਰਾਮ ਨੂੰ ਇਸ ਦੇ ਆਚਰਣ 'ਤੇ ਸ਼ੱਕ ਪਈ ਤਾਂ ਸੀਤਾ ਨੇ ਆਪਣਾ ਸਪਸ਼ਟੀਕਰਨ ਦਿੰਦਿਆਂ ਧਰਤੀ ਮਾਤਾ ਨੂੰ ਆਖਿਆ ਕਿ ਹੇ ਧਰਤੀ ਮਾਤਾ, ਜੇ ਮੇਰੇ ਹਿਰਦੇ ਵਿੱਚ ਮਨ ਵਿੱਚ ਕਰਮ ਕਰਕੇ ਮੇਰਾ ਪਤੀ ਰਾਮ ਹੀ ਰਿਹਾ ਹੋਵੇ, ਇੱਕ ਛਿਨ ਵੀ ਮੇਰਾ ਧਿਆਨ ਰਾਮ ਤੋਂ ਲਾਂਭੇ ਨਾ ਹੋਇਆ ਹੋਵੇ ਤਾਂ ਮੈਨੂੰ ਆਪਣੇ ਵਿੱਚ ਸਮਾਉਣ ਦਾ ਰਸਤਾ ਦੇ, ਮੈਂ ਤੇਰੇ ਵਿੱਚ ਸਮਾ ਜਾਵਾਂ। ਸੀਤਾ ਦੇ ਇੰਜ 3 ਵਾਰ ਕਹਿਣ 'ਤੇ 847ਵਾਂ ਸ਼ਲੋਕ ਕਹਿ ਰਿਹਾ ਹੈ ਕਿ ਸੁਨਤ ਬਚਨ ਧਰਤੀ ਫਟ ਗਈ, ਲੋਪ ਸੀਆ ਤੈ ਭੀਤਰ ਭਈ, ਚਕਰਤ ਰਹਿ ਨਿਰਖ ਰਗ ਰਾਈ, ਰਾਜ ਕਰਨ ਦੀ ਆਸ ਚੁਕਾਈ। ਅਜਿਹਾ ਚਾਂਸ ਦੇਖ ਕੇ ਰਾਮ ਹੈਰਾਨ ਹੋ ਗਿਆ। ਹੈਰਾਨ ਹੋ ਕੇ ਉਹਨੇ ਰਾਜ ਕਰਨ ਦੀ ਇੱਛਾ ਛੱਡ ਦਿੱਤੀ। ਇੱਛਾ ਛੱਡ ਕੇ ਉਹਨੇ ਆਪਣੇ ਪੁੱਤਰਾਂ ਦੇ ਵਿੱਚ ਰਾਜ ਦੀ ਵੰਡ ਇਸ ਤਰ੍ਹਾਂ ਕੀਤੀ। 856ਵਾਂ ਸ਼ਲੋਕ ਕਹਿ ਰਿਹਾ ਹੈ ਕਿ ਲਵ ਸਿਰ ਧਰਾ ਰਾਜ ਕਾ ਸਾਜਾ, ਤਿਹੂ ਅੰਨ ਤਿਹੂ ਕੁੰਟ ਕੀ ਰਾਜਾ। ਭਾਵ ਲਵ ਨੂੰ ਮਹਾਰਾਜਾ ਬਣਾ ਦਿੱਤਾ। ਇਸ ਤੋਂ ਉਪਰੰਤ 857ਵਾਂ ਸ਼ਲੋਕ ਕਹਿ ਰਿਹਾ ਹੈ ਕਿ ਉੱਤਰ ਦੇਸ਼ ਆਪ ਕੁਛ ਲੀਆ, ਭਾਰਤ ਪੁੱਤਰ ਤੈ ਪੂਰਬ ਬੀਆ, ਦੱਖਣ ਦੀ ਦੇਸ਼ ਲਛਮਣ ਕੇ ਬਾਲਾ, ਪੱਛਮ ਸਤਰ ਘਣ ਸੁਤ ਬੈਠਾਲਾ। ਭਾਵ ਲਵ ਨੂੰ ਰਾਜ ਤਿਲਕ ਦੇ ਕੇ ਮਹਾਰਾਜਾ ਬਣਾ ਦਿੱਤਾ। ਪੂਰਬ ਦਿਸ਼ਾ ਦਾ ਰਾਜ ਭਰਤ ਦੇ ਪੁੱਤਰਾਂ ਨੂੰ, ਦੱਖਣ ਦਿਸ਼ਾ ਦਾ ਲਛਮਣ ਦੇ ਪੁੱਤਰਾਂ ਨੂੰ, ਪੱਛਮ ਦਿਸ਼ਾ ਦਾ ਸ਼ਤਰਘਨ ਦੇ ਪੁੱਤਰਾਂ ਨੂੰ ਅਤੇ ਉੱਤਰ ਦਿਸ਼ਾ ਦਾ ਕੁਸ਼ੂ ਦੇ ਪੁੱਤਰਾਂ ਨੂੰ ਰਾਜ ਦੇ ਕੇ ਆਪ ਸਵਰਗ ਨੂੰ ਚਲੇ ਗਏ। ਤਾਂ 858ਵਾਂ ਸ਼ਲੋਕ ਕਹਿ ਰਿਹਾ ਹੈ ਦੋਹਰਾ, ਰਾਮ ਕਥਾ ਜੁਗ ਜੁਗ ਅਟਲ, ਸਭ ਕੋ ਭਾਖਤ ਨੀਤ, ਸੁਰਗ ਬਸ ਰਗ ਬਰ ਕਰਾ, ਸਗਰੀ ਪੁਰੀ ਸਮੇਤ। ਕਹਿ ਕੇ ਰਾਮ ਸਵਰਗ ਨੂੰ ਚਲੇ ਗਏ, ਰਾਜ ਦੇ ਕੇ ਸਵਰਗ ਨੂੰ ਚਲੇ ਗਏ। ਪ੍ਰਸ਼ਨ, ਇਹ ਜੋ ਵਾਲਮੀਕੀ ਰਾਮਾਇਣ ਵਾਲਮੀਕੀ ਮੰਦਰਾਂ ਦੇ ਵਿੱਚ ਹੈ, ਇਹ ਅਸਲੀ ਹੈ ਕਿ ਨਕਲੀ? ਉੱਤਰ, ਮੇਰਾ ਲੇਖਕ ਦਾ ਵਿਚਾਰ ਹੈ ਕਿ ਇਹ ਅਸਲੀ ਹੈ, ਕਿਉਂਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਾਉਂਟਾ ਸਾਹਿਬ ਵਿਖੇ 52 ਵਿਦਵਾਨ, ਕਵੀ, ਪੰਡਤ, ਬ੍ਰਾਹਮਣ, ਵਿਚਾਰਵਾਨ, ਬੁੱਧੀਜੀਵੀ ਆਦਿ ਨੂੰ ਵਿਕਰਮੀ 1753 ਤੋਂ 55 ਤੱਕ ਇਹਨਾਂ ਨੂੰ ਰੱਖ ਕੇ ਸੰਸਕ੍ਰਿਤ ਦੇ ਸਾਰੇ ਹੀ ਗ੍ਰੰਥਾਂ ਦਾ ਪੰਜਾਬੀ 'ਚ ਅਨੁਵਾਦ ਕੀਤਾ ਸੀ। ਜੈਸੇ ਕਿ ਵਾਲਮੀਕੀ ਰਾਮਾਇਣ, ਸ੍ਰੀ ਜੋਗ ਵਸ਼ਿਸ਼ਟ,
ਵੇਦ ਪੁਰਾਣ ਸ਼ਾਸਤਰ ਆਦਿ। ਉਸੇ ਸਮੇਂ ਇਸ ਰਮਾਇਣ ਦੇ ਵਿੱਚੋਂ ਭਾਵ ਇਸ ਵਾਲਮੀਕੀ ਰਮਾਇਣ ਦਾ ਅਸਲ ਤੋਂ ਉਤਾਰਾ ਕਰਵਾਇਆ ਗਿਆ ਹੈ, ਭਾਵ ਕਿ ਇਹ ਅਸਲੀ ਹੈ। ਉਸੇ ਮੂਲ ਰੂਪ ਉਤਾਰੇ ਦਾ ਸਰਦਾਰ ਬੁੱਧ ਸਿੰਘ ਨੇ ਪੰਜਾਬੀ ਦੇ ਵਿੱਚ ਲਿਖ ਕੇ 2/1900 ਭਾਵ 1898 ਈਸਵੀ ਵਿੱਚ ਪੰਜਾਬੀ ਵਿੱਚ ਛਪਵਾ ਕੇ ਸਾਡੇ ਤੱਕ ਪਹੁੰਚਾਇਆ ਹੈ, ਅਤੇ ਉਹ ਹੀ ਗ੍ਰੰਥ ਸਾਡੇ ਵਾਲਮੀਕ ਮੰਦਰਾਂ ਦੇ ਵਿੱਚ ਵਾਲਮੀਕੀ ਰਾਮਾਇਣ ਦੇ ਨਾਲ ਮੌਜੂਦ ਹੈ। ਅਤੇ ਸ੍ਰੀ ਯੋਗ ਵਿਸ਼ੇਸ਼ਟ ਗ੍ਰੰਥ ਪਹਿਲੇ ਬੰਬਈ ਵਿੱਚ ਛਪਿਆ, ਫਿਰ ਲਖਨਊ ਵਿੱਚ ਛਪਿਆ, ਫਿਰ ਪੰਜਾਬ ਦੇ ਲਾਹੌਰ ਵਿੱਚ ਛਪਿਆ। ਜਿਹੜਾ ਪੰਜਾਬ ਦੇ ਲਾਹੌਰ ਵਿੱਚ ਛਪਿਆ ਯੋਗ ਵਿਸ਼ੇਸ਼ਟ ਗ੍ਰੰਥ, ਇਸ ਦੇ 2 ਭਾਗ ਹਨ। ਪਹਿਲੇ ਭਾਗ ਜੋ ਇਸ ਦੇ 5 ਪ੍ਰਕਰਣ ਹੈ ਉਹ ਮੇਰੇ ਕੋਲ ਮੌਜੂਦ ਹੈ। ਰਮਾਇਣ ਅਸਲੀ ਹੋਣ ਦੇ ਸਬੂਤ ਵਜੋਂ ਸਰਲ ਭਾਸ਼ਾ 'ਚ ਬਣਾਉਣ ਵਾਲਾ ਸਰਦਾਰ ਬੁੱਧ ਸਿੰਘ ਆਪਣਾ ਸਪਸ਼ਟੀਕਰਨ ਦੇ ਰਿਹਾ ਹੈ। ਦੋਹਰਾ ਪੇਸ਼ ਹੈ। ਜੈਸਾ ਦੇਖਿਓ ਅਸਲ ਮੈਂ ਤੈਸਾ ਲਿਖਿਓ ਬਣਾਏ, ਆਪਣੇ ਮਨ ਕੀ ਕਛੂ ਪੀ ਨਹੀਂ ਲਗਾਈ ਰਾਏ। ਭਾਵੀ ਇਹ ਕਹਿੰਦਾ ਮੈਂ ਜਿੱਦਾਂ ਦਾ ਅਸਲ ਦੇਖਿਆ ਉਹਦਾ ਉਤਾਰਾ ਪੰਜਾਬੀ 'ਚ ਕੀਤਾ ਹੈ, ਆਪਣੇ ਕੋਲੋਂ ਰੀਣ ਵੀ ਰਾਏ ਨਹੀਂ ਪਾਈ। ਸੋ ਇਹ ਅੱਜ ਦਾ ਜੋ ਪ੍ਰਸੰਗ ਹੈ ਇੱਥੇ ਸਮਾਪਤ ਹੈ। ਅਗਲੀ ਕਿਸ਼ਤ ਵਿੱਚ ਭਗਵਾਨ ਵਾਲਮੀਕ ਜੀ ਕਿਸ ਵੰਸ਼ ਵਿੱਚੋਂ ਸੀ, ਕੌਣ ਇਸ ਦਾ ਪਿਤਾ ਸੀ ਅਤੇ ਅੱਸੂ ਦੇ ਮਹੀਨੇ ਦਾ ਜਨਮ ਕੈਸੇ ਹੈ, ਇਹ ਦੱਸਿਆ ਜਾਵੇਗਾ। ਇਸ ਤੋਂ ਅਗਲੀ ਕਿਸ਼ਤ ਵਿੱਚ ਪਾਂਡਵਾਂ ਦੇ ਜੱਗ ਦਾ ਪ੍ਰਸੰਗ ਦੱਸਿਆ ਜਾਵੇਗਾ, ਅਤੇ ਉਸ ਤੋਂ ਅਗਲੀ ਕਿਸ਼ਤ ਵਿੱਚ ਭਾਈ ਗੁਰਦਾਸ ਦੀ ਵਾਰ ਵਾਲਾ ਤੀਜਾ ਵਾਲਮੀਕ ਜਿਹੜਾ ਉਹ ਦੱਸਿਆ ਜਾਵੇਗਾ। ਸੋ ਅੱਜ ਦਾ ਪ੍ਰਸੰਗ ਇੱਥੇ ਹੀ ਸੰਪੂਰਨ ਹੈ। ਜੋ ਬੋਲੇ ਸੋ ਨਿਰਭੈ, ਪ੍ਰਭੂ ਵਾਲਮੀਕ ਭਗਵਾਨ ਕੀ ਜੈ।